ਬਾਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਾਜ ਸੰਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਤਾਜ਼ਾ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਚੰਡੀਗੜ੍ਹ ਦੇ ਸਾਰੇ ਮੁਲਾਜ਼ਮਾਂ ਨੂੰ ਕੇਂਦਰੀ ਸੇਵਾ ਨਿਯਮਾਂ ਦੇ ਦਾਇਰੇ ਵਿੱਚ ਲਿਆਉਣ ਤੇ ਤਾਜ਼ਾ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕ ਸਭਾ ਵਿੱਚ ਕਿਹਾ ਹੈ ਕਿ ਚੰਡੀਗੜ੍ਹ ਪੰਜਾਬ ਲਈ ਭਾਵਨਾਤਮਕ ਮੁੱਦਾ ਹੈ ਅਤੇ ਰਾਜਧਾਨੀ ਵਜੋਂ ਚੰਡੀਗੜ੍ਹ ਨੂੰ ਪੰਜਾਬ ਅਧੀਨ ਕੀਤਾ ਜਾਣਾ ਚਾਹੀਦਾ ਹੈ। ਸਿਰਫ ਕਾਲ ਦੌਰਾਨ ਇਹ ਮੁੱਦਾ ਉਠਾਉਂਦਿਆਂ ਉਹਨਾਂ ਦੋਸ਼ ਲਾਇਆ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। As per the Punjab Reorganization Act of 1966, when United Punjab was divided, Chandigarh was the common capital, temporary common capital of Punjab and Haryana. And as per this act, all employees at the ratio of 60% from Punjab and 40% from Haryana were to be recruited for Chandigarh only. There is no provision for any other cadre to be recruited here. Sir Rajiv Longowal Accord also ensured that in 1986, Chandigarh would be transferred to Punjab. It is our capital. However, unilaterally successive governments ने लगातार हमारे क्लेम को डाइल्यूट करने के लिए अब जैसे ये सेंट्रल सर्विस रूल अप्लाई कर दिया गया है, जहां बाकी यूनियन टेरिटरीज की तरह इस यूटी में भी चंडीगढ़ में भी दूसरे एम्प्लॉयज जा सकते हैं। हालांकि ये हमारे अकॉर्ड के एक्ट के बिल्कुल विरुद्ध में है। इसमें कोई प्रोविजन नहीं है कि चंडीगढ़ और हरियाणा के एम्प्लॉयज के बिना और कहीं से कोई आ सकता है। तो ये हमारे हक पे हमारी कैपिटल सिटी हमसे खोने का एक डाका है। इसी तरह बीबीएम भाखड़ा ब्यास मैनेजमेंट बोर्ड में जहां 56 साल से हमारा पावर मेंबर रहा है, जो हमारे पानी की राखी करते हैं, उनको डैम सेफ्टी बिल से सेंट्रल कंट्रोल में लाने के लिए हमारे मेंबर को 56 साल के बाद निकाल दिया गया है। सो सर, लगातार हमारा क्लेम जो हमारे कैपिटल, ये एक इमोशनल इशू है पंजाबियों के लिए। चंडीगढ़ हमारा है, हमें इसको वादा किया गया था, और अब हमारा पानी हो या हमारा कैपिटल, हमारे एम्प्लॉइज, डॉक्टर्स, टीचर्स को सबको वहां से निकाल के हमारी माँ बोली पे, इस सब पे हमारा क्लेम इसको घटाया जा रहा है। फेडरल स्ट्रक्चर के अगेंस्ट है और फेडरल सिस्टम का वायलेशन है। तो मैं आपको इम्प्लोर करती हूँ आपके राही सरकार को कि इस एक्ट को जो पार्लियामेंट से रेटिफाई हुआ था, लॉन्गोवाल राजीव अकॉर्ड जो पार्लियामेंट से रेटिफाई हुआ था, आप इसको पूरा इसका हक दिलवाइए और चंडीगढ़ को, पंजाब को ट्रांसफर जल्द से जल्द कराइए। हमारा कैपिटल हमें दीजिए जी। ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ 'ਚ ਅੱਜ 8 ਬੇਰੁਜ਼ਗਾਰ ਨੌਜਵਾਨਾਂ ਵੱਲੋਂ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਬੇਰੁਜ਼ਗਾਰ ਨੌਜਵਾਨ ਪੰਜਾਬ ਪੁਲਿਸ ਵਿੱਚ ਭਰਤੀ ਨੂੰ ਲੈ ਕੇ ਸਾਲ 2016 ਤੋਂ ਇੰਤਜ਼ਾਰ ਕਰ ਰਹੇ ਹਨ ਅਤੇ ਬੀਤੀ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਤੋਂ ਇਹ ਨੌਜਵਾਨ ਖਫਾ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਬੇਰੁਜ਼ਗਾਰ ਨੌਜਵਾਨਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਸੀਐਮ ਭਗਵੰਤ ਮਾਨ ਦੀ ਸਰਕਾਰ ਵਿੱਚ ਪਹਿਲੀ ਵਾਰ ਬੇਰੁਜ਼ਗਾਰ ਟੈਂਕੀ ਤੇ ਚੜੇ ਹਨ। ਇਹ ਨੌਜਵਾਨ ਕਰੀਬ 6 ਸਾਲ ਪਹਿਲਾਂ ਪੁਲਿਸ ਭਰਤੀ ਵਾਲੇ ਹਨ। ਉਹਨਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਘਰ ਘਰ ਆਉਂਦੇ ਸਨ, ਪਰ ਹੁਣ ਮਿਲਦੇ ਵੀ ਨਹੀਂ ਹਨ। ਉਹਨਾਂ ਨੇ ਕਿਹਾ ਹੈ ਕਿ ਜਦ ਤੱਕ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਉਹ ਘਰ ਨਹੀਂ ਜਾਣਗੇ। ਹੁਣ ਉਹ ਪੜ੍ਹ ਲਿਖ ਕੇ ਦਿਹਾੜੀ ਕਰਨ ਲਈ ਮਜਬੂਰ ਹੋ ਰਹੇ ਹਨ। ਇਸੇ ਦੌਰਾਨ ਅੱਜ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਅੱਜ 8 ਬੇਰੁਜ਼ਗਾਰ ਨੌਜਵਾਨਾਂ ਵੱਲੋਂ ਪਾਣੀ ਦੀ ਟੈਂਕੀ ਤੇ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਬੇਰੁਜ਼ਗਾਰ ਨੌਜਵਾਨ ਪੰਜਾਬ ਪੁਲਿਸ ਵਿੱਚ ਭਰਤੀ ਨੂੰ ਲੈ ਕੇ ਸਾਲ 2016 ਤੋਂ ਇੰਤਜ਼ਾਰ ਕਰ ਰਹੇ ਹਨ ਅਤੇ ਬੀਤੀ ਕੱਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਤੋਂ ਇਹ ਨੌਜਵਾਨ ਖਫਾ ਹਨ। 16 ਦਿਨਾਂ ਜੀ ਮੁਲਾਜ਼ਮ ਹੈਗੇ। 2016 ਦੀ ਭਰਤੀ ਨਿਕਲੀ ਸੀਗੀ ਇੱਕ ਪੰਜਾਬ ਪੁਲਿਸ ਦੀ ਜੀ, ਠੀਕ ਹੈ ਜੀ। ਉਹਦੇ 7416 ਪੋਸਟਾਂ ਨਿਕਲੀਆਂ ਸੀਗੀਆਂ ਜੀ। ਉਸ ਇਹਨਾਂ ਨੇ ਨਾ ਕੁਝ ਕੈਂਡੀਡੇਟ ਤਾਂ ਸਿਲੈਕਟ ਕਰ ਲਏ ਸੀਗੇ, ਬਾਕੀ ਕੈਂਡੀਡੇਟ ਪਾਦੇ ਸੀ ਵੇਟਿੰਗ ਦੇ ਵਿੱਚ ਜੀ, ਠੀਕ ਹੈ ਜੀ। ਤੇ ਅੱਗੇ ਜਾ ਕੇ 2017 ਦੇ ਵਿੱਚ ਕੁਝ ਕੈਂਡੀਡੇਟਾਂ ਦੀ ਇਹਨਾਂ ਨੇ ਵੈਰੀਫਿਕੇਸ਼ਨ ਕਰ ਲਈ ਸੀਗੀ ਜੀ ਜੁਆਇਨਿੰਗ ਕਰਾਉਣ ਵਾਸਤੇ, ਠੀਕ ਹੈ। ਪਰ 2016 ਤੋਂ ਲੈ ਕੇ 2017 ਵੀ ਟੱਪ ਗਿਆ, 18 ਟੱਪ ਗਿਆ, ਸਾਰੇ ਸਾਲ ਟੱਪ ਗਏ ਜੀ। ਹੁਣ 2022 ਚੱਲ ਗਿਆ ਜੀ, ਪਰ ਸਾਡਾ ਕੋਈ ਹਜੇ ਤੱਕ ਹੱਲ ਨਹੀਂ ਹੋਇਆ ਜੀ। ਪਰ ਐਂਡ ਫੈਂਡ ਜਾ ਕੇ ਕੀ ਹੋਇਆ ਜੀ, ਬਾਦਲਾਂ ਸਰਕਾਰ ਵੀ ਸੀਗੀ ਜੀ, ਕੋਈ ਹੱਲ ਨਹੀਂ ਕੀਤਾ। ਕਾਂਗਰਸ ਸਰਕਾਰ ਆਈ, ਕੋਈ ਹੱਲ ਨਹੀਂ ਕੀਤਾ, ਸਿਰਫ ਇੱਕ ਮਿੱਠੀ ਗੋਲੀ ਦਿੱਤੀ ਜੀ। ਅਸੀਂ ਪੂਰਾ ਜ਼ੋਰ ਲਾ ਕੇ ਇੱਕ ਆਮ ਆਦਮੀ ਪਾਰਟੀ ਸਰਕਾਰ ਲੈ ਕੇ ਆਏ ਜੀ ਅਸੀਂ, ਠੀਕ ਹੈ ਜੀ। ਅਸੀਂ ਕੀ ਹੋਇਆ ਕਿ 22 ਤਰੀਕ ਨੂੰ ਇੱਕ ਸੀਐਮ ਕੋਠੀ ਘੇਰੀ ਸੀਗੀ ਜੀ ਅਸੀਂ, ਠੀਕ ਹੈ। ਇੱਕ ਬੇਨਤੀ ਕੀਤੀ ਸੀ ਕਿ ਸਾਡਾ ਹੱਲ ਕਰੋ ਜੀ। ਉਹਨਾਂ ਨੇ ਕਿਹਾ ਸੀਗਾ, OSD ਸਾਹਿਬ ਨੇ ਕਿਹਾ ਸੀ ਤੁਸੀਂ 28 ਤਰੀਕ ਨੂੰ ਆਓ, 28 ਤਰੀਕ ਨੂੰ ਆਉਂਦੇ ਸਾਰੀ ਤੁਹਾਡਾ ਹੱਲ ਕਰ ਦਾਂਗੇ ਅਸੀਂ ਕੀ ਕੀਤਾ, 28 ਤਰੀਕ ਨੂੰ ਪਹੁੰਚ ਗਏ ਕੱਲ ਜੀ। ਕੱਲ ਪਹੁੰਚੇ ਤੇ OSD ਸਾਹਿਬ ਨੇ ਭਗਵੰਤ ਮਾਨ ਸਾਹਿਬ ਨੂੰ ਮਿਲਾਣਾ ਸੀਗਾ ਜੀ, ਸੀਐਮ ਸਾਹਿਬ ਨੂੰ ਮਿਲਾਣਾ ਸੀ ਸਾਨੂੰ, ਪਰ ਉੱਥੇ ਵੀ OSD ਸਾਹਿਬ ਹੀ ਬੈਠੇ। ਇੱਥੋਂ ਉੱਥੇ ਭੇਜ ਕੇ ਉੱਥੋਂ ਸਾਡੇ ਕੋਲ ਇੱਕ ਮੰਗ ਪੱਤਰ ਲੈ ਲਿਆ ਕਿ ਵੀ ਸੋਚਾਂਗੇ ਤੁਹਾਡੇ ਬਾਰੇ। ਦੇਖੋ ਜੀ, ਬਹੁਤ ਸੋਚ ਲਿਆ ਬਾਕੀ ਸਰਕਾਰਾਂ ਨੇ, ਤੁਸੀਂ ਸਾਡੇ ਬਾਰੇ ਐਵੇਂ ਨਾ ਕਰੋ, ਐਵੇਂ ਲਾਰੇ ਲੱਪੇ ਨਾ ਲਾਓ,
ਠੀਕ ਹੈ, ਤੇ ਸਾਨੂੰ ਸਿਲੈਕਟ ਕਰੋ ਜੀ। ਪਰ ਉਹਨਾਂ ਨੇ ਅੱਜ ਤਾਂ ਫਿਰ ਅਸੀਂ ਕੱਲ ਕੀ ਕੀਤਾ, ਫਿਰ ਇੱਥੇ ਪ੍ਰੋਟੈਸਟ ਕੀਤਾ ਜੀ, ਅੱਕ ਕੇ ਪ੍ਰੋਟੈਸਟ ਕੀਤਾ, ਨਾਨਕੀ ਚੌਕ ਅਸੀਂ ਜਾਮ ਕੀਤਾ ਜੀ ਕੱਲ, ਠੀਕ ਹੈ। ਫਿਰ ਸਾਨੂੰ ਕਿਹਾ ਕਿ ਵੀ ਕੋਈ ਗੱਲ ਨਹੀਂ, ਤੁਸੀਂ 11 ਵਜੇ ਆ ਜਾਓ, ਤੁਸੀਂ 29 ਤਰੀਕ ਨੂੰ ਅੱਜ ਦੀ ਡੇਟ 'ਚ ਕਿ 11 ਵਜੇ ਆ ਜਾਓ, ਅਸੀਂ ਤੁਹਾਡਾ ਹੱਲ ਕਰਾਂਗੇ, ਕੋਈ ਗੱਲ ਨਹੀਂ ਆ ਜਾਓ। ਹੁਣ ਮੁੰਡੇ ਗਏ ਆ ਜੀ, ਸਾਨੂੰ ਮਾਣ ਆ ਭਗਵੰਤ ਮਾਨ ਸਾਹਿਬ, ਨੀਵਾ ਨਾ ਕਰਾ ਦਿਓ ਭਗਵੰਤ ਮਾਨ ਸਾਹਿਬ, ਸਾਨੂੰ ਮਾਣ ਹੈਗਾ ਤੁਹਾਡੇ ਤੇ ਕਿ ਤੁਸੀਂ ਸਾਡਾ ਹੱਲ ਕਰੋਗੇ, ਸਾਡਾ ਹੱਲ ਜ਼ਰੂਰ ਕਰੋਗੇ ਤੁਸੀਂ। ਤੇਲ ਦੀਆਂ ਕੀਮਤਾਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਅੱਜ ਫਿਰ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਪੈਟਰੋਲ 80 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 70 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਪੈਟਰੋਲ ਦੀਆਂ ਕੀਮਤਾਂ ਵਿੱਚ 80 ਪੈਸੇ ਪ੍ਰਤੀ ਲੀਟਰ ਦੇ ਵਾਧੇ ਤੋਂ ਬਾਅਦ ਦਿੱਲੀ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਹੋ ਗਈ ਹੈ। ਇਸ ਦੇ ਨਾਲ ਹੀ ਅੱਜ ਡੀਜ਼ਲ ਦੀ ਕੀਮਤ ਵਿੱਚ 70 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਵੱਲੋਂ ਜਾਰੀ ਕੀਮਤ ਨੋਟੀਫਿਕੇਸ਼ਨ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 99 ਰੁਪਏ 41 ਪੈਸੇ ਤੋਂ ਵੱਧ ਕੇ 100 ਰੁਪਏ 21 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 90 ਰੁਪਏ 70 ਪੈਸੇ ਪ੍ਰਤੀ ਲੀਟਰ ਤੋਂ ਵੱਧ ਕੇ 91 ਰੁਪਏ 47 ਪੈਸੇ ਪ੍ਰਤੀ ਲੀਟਰ ਹੋ ਗਈ ਹੈ। ਗੁਲਾਬੀ ਸੁੰਡੀ ਨਾਲ ਨੁਕਸਾਨੀ ਨਰਮੇ ਦੀ ਫਸਲ ਦਾ ਰਹਿੰਦਾ ਮੁਆਵਜ਼ੇ ਲਈ ਲੰਮੀ ਤਹਿਸੀਲਦਾਰ ਦੇ ਘਿਰਾਓ ਸਮੇਂ ਪੁਲਿਸ ਵੱਲੋਂ ਕਿਸਾਨਾਂ ਦੇ ਲਾਠੀਚਾਰਜ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਦੇ ਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਨੇ। ਦੱਸਣਯੋਗ ਹੈ ਕਿ ਬੀਤੀ ਰਾਤ ਪੁਲਿਸ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ ਸੀ, ਜਿਸ ਨਾਲ ਕਈ ਕਿਸਾਨ ਜ਼ਖਮੀ ਹੋ ਗਏ ਸਨ। ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦੀ ਫਸਲ ਦੇ ਰਹਿੰਦੇ ਮੁਆਵਜ਼ੇ ਲਈ ਲੰਬੀ ਤਹਿਸੀਲਦਾਰ ਦੇ ਘਿਰਾਓ ਸਮੇਂ ਪੁਲਿਸ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਧਰਨਾ ਦੇ ਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ। ਇਹਨਾਂ ਰਾਹੀਂ ਮੰਗ ਕੀਤੀ ਗਈ ਹੈ ਕਿ ਕਸੂਰਵਾਰ ਪੁਲਿਸ ਅਧਿਕਾਰੀਆਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਪੈਣੀ ਬਾਗਾ ਨੇ ਦੱਸਿਆ ਹੈ ਕਿ ਕੱਲ ਜਥੇਬੰਦੀ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਵੱਲੋਂ ਲੰਬੀ ਦੇ ਤਹਿਸੀਲਦਾਰਾਂ ਦਾ ਘਿਰਾਓ ਕੀਤਾ ਗਿਆ ਸੀ, ਜਿੱਥੇ ਪੁਲਿਸ ਵੱਲੋਂ ਕਿਸਾਨਾਂ ਤੇ ਅੱਧੀ ਰਾਤ ਨੂੰ ਲਾਠੀਚਾਰਜ ਕੀਤਾ ਗਿਆ, ਜਿਸ ਨਾਲ ਕਈ ਕਿਸਾਨ ਫੱਟੜ ਹੋ ਗਏ। ਉਹਨਾਂ ਦੱਸਿਆ ਹੈ ਕਿ ਪੰਜਾਬ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੰਬੀ ਵਿਖੇ ਨਾਇਬ ਤਹਿਸੀਲਦਾਰ ਨੂੰ ਬੰਦੀ ਬਣਾਉਣ ਦੀ ਘਟਨਾ ਤੋਂ ਬਾਅਦ ਸੂਬੇ ਭਰ ਦੇ ਮਾਲ ਅਧਿਕਾਰੀ ਅਣਮਿੱਥੇ ਸਮੇਂ ਦੀ ਹੜਤਾਲ ਤੇ ਚਲੇ ਗਏ ਹਨ। ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ ਦੱਸਿਆ ਕਿ ਜਿੰਨੀ ਦੇਰ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਦ ਤੱਕ ਸੂਬੇ ਭਰ ਵਿੱਚ ਮਾਲ ਵਿਭਾਗ ਦਾ ਕੰਮਕਾਰ ਠੱਪ ਕਰ ਦਿੱਤਾ ਗਿਆ ਹੈ। ਇਹਨਾਂ ਮਾਲ ਅਧਿਕਾਰੀਆਂ ਦੀ ਹਮਾਇਤ ਵਿੱਚ ਪਟਵਾਰੀਆਂ ਅਤੇ ਕਾਨੂੰਗੋ ਵੀ ਆ ਗਏ ਹਨ। ਉਹਨਾਂ ਨੇ ਵੀ ਹੜਤਾਲ ਦਾ ਫੈਸਲਾ ਕਰ ਦਿੱਤਾ ਹੈ। ਪੰਜਾਬ ਰੈਵਨਿਊ ਆਫਿਸਰਸ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਮੁਕਤਸਰ ਅਧੀਨ ਸਬ ਤਹਿਸੀਲ ਲੰਬੀ ਦੇ ਨਾਇਬ ਤਹਿਸੀਲਦਾਰ ਅਤੇ ਹੋਰ ਅਮਲੇ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਘਿਰਾਓ ਖਿਲਾਫ ਅੱਜ ਸੂਬਾ ਭਰ ਵਿੱਚ ਮਾਲ ਵਿਭਾਗ ਅਫਸਰਾਂ, ਕਾਨੂੰਗੋਆਂ ਅਤੇ ਪਟਵਾਰੀਆਂ ਤੇ ਹੋਰ ਅਮਲੇ ਵੱਲੋਂ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਮਾਲ ਵਿਭਾਗ ਦੀ ਇਹ ਆਪ ਸਰਕਾਰ ਨੂੰ ਕੁਰਕੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਧੰਮ ਅਤੇ ਜਨਰਲ ਸਕੱਤਰ ਸੁਖਚਰਨ ਸਿੰਘ ਚੰਨੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਰੈਵਨਿਊ ਆਫਿਸਰ ਐਸੋਸੀਏਸ਼ਨ ਵੱਲੋਂ ਸਰਬਸੰਮਤੀ ਨਾਲ ਅੱਜ 29 ਮਾਰਚ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਬੰਦੀ ਬਣਾਉਣ ਵਾਲੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਮੁਲਾਜ਼ਮਾਂ ਨਾਲ ਧੱਕਾ ਕਰਨ ਦੀ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਹੁੰਦਾ। ਵੇਲਾ ਹੋ ਚੱਲਿਆ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ। ਦੇਖਦੇ ਰਹੋ ਬਾਜ਼ ਟੀਵੀ। ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਜੇ ਤੁਸੀਂ ਐਲਰਜੀ, ਐਸਥਮਾ, ਗੈਸਟ੍ਰਿਕ, ਹਾਰਟਬਰਨ, ਗਾਲ ਸਟੋਨ, ਕਿਡਨੀ ਸਟੋਨ, ਡਾਇਬੀਟੀਜ਼, ਬਲੱਡ ਪ੍ਰੈਸ਼ਰ, ਆਰਥਰਾਈਟਿਸ ਅਤੇ ਗੁਪਤ ਰੋਗਾਂ ਦਾ ਇਲਾਜ ਕਰਵਾ ਕੇ ਥੱਕ ਚੁੱਕੇ ਹੋ ਤੇ ਕਾਲ ਕਰੋ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸੰਧੂ ਨੂੰ, ਜਿਨ੍ਹਾਂ ਦਾ 1973 ਤੋਂ ਮੈਡੀਕਲ ਕਾਲਜਾਂ ਵਿੱਚ ਪੜ੍ਹਾਉਣ ਦਾ ਪ੍ਰਿੰਸੀਪਲ, ਪ੍ਰੋਫੈਸਰ ਤੇ ਚੀਫ ਮੈਡੀਕਲ ਆਫਿਸਰ ਦੇ ਤੌਰ ਤੇ ਹੋਮਿਓਪੈਥਿਕ ਪ੍ਰੈਕਟਿਸ ਦਾ ਤਜਰਬਾ ਹੈ।
ਕਿਸੇ ਵੀ ਬਿਮਾਰੀ ਜਾਂ ਕਿਸੇ ਵੀ ਉਮਰ ਵਿੱਚ ਇਲਾਜ ਕਰਵਾਉਂਦੇ ਜੇ ਥੱਕ ਗਏ ਹੋ ਤਾਂ ਹੋਮਿਓਪੈਥਿਕ ਦੇ ਸਿਧਾਂਤਕ ਇਲਾਜ ਲਈ ਡਾਕਟਰ ਗੁਰਦੀਪ ਸੰਧੂ ਨੂੰ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ। ਪੂਰੇ ਅਮਰੀਕਾ ਵਿੱਚ ਕਿਸੇ ਵੀ ਤਰ੍ਹਾਂ ਦੇ ਟਰੱਕ, ਟ੍ਰੇਲਰਸ, ਫਲੈਟਬੈਡ, ਰੈਫਰੀਜਰੇਟਰ ਐਂਡ ਡਰਾਈਵ ਵੈਨ, ਟਰੈਕਟਰ ਆਦਿ ਸੇਵਾਵਾਂ ਵਾਸਤੇ ਕਾਲ ਟ੍ਰੇਲਰ ਐਂਡ ਲੀਜ਼ਿੰਗ ਕੰਪਨੀ ਨਾਲ ਸੰਪਰਕ ਕਰੋ। ਕਾਲ ਟ੍ਰੇਲਰ ਕੋਲ 2018, 19 ਅਤੇ 20 ਦੇ ਘੱਟ ਮਾਈਲੇਜ ਵਾਲੇ ਟਰੱਕ ਖਰੀਦਣ ਵਾਸਤੇ ਉਪਲਬਧ ਹਨ। ਕਾਲ ਟ੍ਰੇਲਰ ਕੋਲ ਵੈਨਗਾਰਡ ਦੀ ਪੂਰੇ ਕੈਲੀਫੋਰਨੀਆ ਦੀ ਡੀਲਰਸ਼ਿਪ ਹੈ। ਅਸੀਂ ਸਾਰੇ ਅਮਰੀਕਾ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਾਂ। ਕਾਲ ਟ੍ਰੇਲਰ ਕੋਲ ਇਨ ਹਾਊਸ ਫਾਈਨੈਂਸਿੰਗ ਦੀ ਸੁਵਿਧਾ ਵੀ ਹੈ ਉਪਲਬਧ। ਵਧੇਰੀ ਜਾਣਕਾਰੀ ਲਈ ਧਰਮਿੰਦਰ ਰੰਧਾਵਾ ਨੂੰ 9093515220 ਅਤੇ 9092407234 ਅਤੇ ਸਿਕੰਦਰ ਸਿੰਘ ਰੰਧਾਵਾ ਨੂੰ 9092407272 ਤੇ ਸੰਪਰਕ ਕਰੋ। ਤੁਸੀਂ ਹੇਠ ਲਿਖੇ ਪਤੇ ਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ। ईस्ट कोस्ट दी शानदार ट्रकिंग कंपनी टिब्बी एक्सप्रेस इंक न्यू जर्सी, पेंसिल्वेनिया, ओहायो, इंडियाना, कंटकी वास्ते पक्के अते बैंक एंड फोर्थ लोड डेडिकेटेड रन एंड हुकअप ड्रॉप दी सुविधा। नवे ट्रक अते ड्राइवरां नू वधिया रेट, 6 महीने बाद ड्राइवर भरावां नू बोनस, सवेर तो शाम तक लोकल काम करन वाले ड्राइवरां वीरां नू $25 प्रति घंटा। न्यू जर्सी, पेंसिल्वेनिया, ओहायो, इंडियाना, कंटकी वास्ते लोकल काम लई ड्राइवर वीर संपर्क करो। कॉल हैप्पी टिब्बी 6099474777। इनकम टैक्सेस सिंगल, मैरिड, न्याणे छोटे बड़े, कॉलेज जाते या अर्न इनकम क्रेडिट एलिजिबल हो, it can be a complicated issue. Get it done professionally and filing it electronically. Come to a person with more than 20 years of experience. ਬ੍ਰੇਕ ਤੋਂ ਬਾਅਦ ਮੁੜ ਸਵਾਗਤ ਹੈ। ਰੁਕ ਕਰਦੇ ਹਾਂ ਬਾਕੀ ਰਹਿੰਦੀਆਂ ਖਬਰਾਂ ਵੱਲ। ਭਾਰਤ ਪਾਕਿਸਤਾਨ ਸਰਹੱਦ ਦੇ ਫਾਜ਼ਿਲਕਾ ਸੈਕਟਰ ਵਿੱਚ BSF ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। BSF ਨੇ ਸਰਹੱਦ ਦੇ ਨਾਲ ਲੱਗਦੇ ਇਲਾਕੇ ਵਿੱਚੋਂ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਹੈ। BSF ਨੇ ਚੌਕਸੀ ਵਰਤਦੇ ਹੋਏ ਸਰਹੱਦ ਤੇ ਹੈਰੋਇਨ ਬਰਾਮਦ ਕੀਤੀ ਹੈ। ਹਾਲਾਂਕਿ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਸਮਗਲਰ ਮੌਕੇ ਤੋਂ ਫਰਾਰ ਹੋ ਗਏ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਭਾਰਤ ਪਾਕਿਸਤਾਨ ਸਰਹੱਦ ਦੇ ਫਾਜ਼ਿਲਕਾ ਸੈਕਟਰ ਵਿੱਚ BSF ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। BSF ਨੇ ਸਰਹੱਦ ਦੇ ਨਾਲ ਲੱਗਦੇ ਇਲਾਕੇ ਵਿੱਚੋਂ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ ਬੀਤੀ ਅੱਧੀ ਰਾਤ ਸਮੇਂ ਸਰਹੱਦ ਨੇੜੇ ਕੰਡਿਆਲੀ ਤਾਰ ਤੋਂ ਪਾਰ ਸ਼ਮਸਕੇ ਚੌਂਕੀ ਦੇ ਨੇੜੇ ਜਵਾਨਾਂ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਹਿਲਜੁਲ ਨਜ਼ਰ ਆਈ। ਜਵਾਨਾਂ ਨੇ ਵੇਖਿਆ ਤਾਂ ਉਹ ਸ਼ੱਕੀ ਵਿਅਕਤੀ ਕੰਡਿਆਲੀ ਤਾਰ ਦੇ ਕੋਲ ਫਿਰ ਰਹੇ ਸਨ। ਇਸੇ ਦੌਰਾਨ 3 ਫਾਇਰ ਵੀ ਕੀਤੇ ਗਏ, ਪਰ ਸ਼ੱਕੀ ਵਿਅਕਤੀ ਹਨੇਰੇ ਦਾ ਲਾਭ ਲੈਂਦੇ ਹੋਏ ਫਰਾਰ ਹੋ ਗਏ। ਸਵੇਰੇ ਤਲਾਸ਼ੀ ਮੁਹਿੰਮ ਦੌਰਾਨ ਅਧਿਕਾਰੀਆਂ ਨੂੰ 8 ਪੈਕੇਟ ਹੈਰੋਇਨ ਦੇ ਬਰਾਮਦ ਹੋਏ, ਜਿਨ੍ਹਾਂ ਦਾ ਭਾਰ 7.895 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ। ਪੈਂਸਿਲਵੇਨੀਆ ਦੇ ਰਾਸ਼ਟਰੀ ਮਾਰਗ ਤੇ ਬਰਫੀਲੇ ਤੂਫਾਨ ਦੌਰਾਨ ਵਾਪਰੇ ਇੱਕ ਜ਼ਬਰਦਸਤ ਸੜਕ ਹਾਦਸੇ ਵਿੱਚ 50 ਤੋਂ ਵੱਧ ਵਾਹਨ ਇੱਕ ਦੂਸਰੇ ਨਾਲ ਟਕਰਾ ਗਏ, ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਅਮਰੀਕਾ ਦੇ ਪੈਂਸਿਲਵੇਨੀਆ ਵਿੱਚ ਹਾਈਵੇ ਤੇ ਹੋਏ ਭਿਆਨਕ ਹਾਦਸੇ ਵਿੱਚ ਕਈ ਜਾਨਾਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇੱਥੇ ਬਰਫੀਲੇ ਤੂਫਾਨ ਕਾਰਨ ਹਾਈਵੇ ਤੇ ਇੱਕ ਤੋਂ ਬਾਅਦ ਇੱਕ 50 ਤੋਂ 60 ਵਾਹਨ ਆਪਸ ਵਿੱਚ ਟਕਰਾ ਗਏ। ਇਸ ਦਰਦਨਾਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕਈ ਹੋਰ ਲੋਕ ਜ਼ਖਮੀ ਵੀ ਹੋ ਗਏ ਹਨ। ਦੱਸ ਦਈਏ ਕਿ ਇਹ ਹਾਦਸਾ ਪੈਂਸਿਲਵੇਨੀਆ ਹਾਈਵੇ ਤੇ ਵਾਪਰਿਆ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਭਿਆਨਕ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਇੱਕ ਤੋਂ ਬਾਅਦ ਇੱਕ ਵਾਹਨ ਆਪਸ ਵਿੱਚ ਟਕਰਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਰਫ਼ਬਾਰੀ ਕਾਰਨ ਡਰਾਈਵਰ ਆਪਣਾ ਕੰਟਰੋਲ ਗੁਆ ਬੈਠਾ ਹੈ। ਕਾਰ ਦੀ ਟੱਕਰ ਤੋਂ ਬਾਅਦ ਲੋਕ ਕਾਰਾਂ ਵਿੱਚੋਂ ਬਾਹਰ ਨਿਕਲਦੇ ਵੀ ਦਿਖਾਈ ਦੇ ਰਹੇ ਹਨ। ਖਬਰਾਂ ਅਨੁਸਾਰ ਅੱਗ ਬੁਝਾਊ ਗੱਡੀਆਂ ਵੀ ਮੌਕੇ ਤੇ ਪਹੁੰਚ ਗਈਆਂ ਸਨ, ਕਿਉਂਕਿ ਕਈ ਵਾਹਨਾਂ ਨੂੰ ਅੱਗ ਵੀ ਲੱਗ ਗਈ ਸੀ। ਪੁਲਿਸ ਮੁਤਾਬਕ ਇਲਾਕੇ ਵਿੱਚ ਵਿਜ਼ਿਬਿਲਟੀ 0 ਦੇ ਕਰੀਬ ਸੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁਲਕਲ ਕੰਟਰੀ ਵਿੱਚ ਇਸ ਮਹੀਨੇ ਵਿੱਚ ਇਹ ਦੂਜਾ ਵੱਡਾ ਹਾਦਸਾ ਹੈ।
ਡਰੱਗ ਮਾਮਲੇ 'ਚ ਫਸੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਸੁਪਰੀਮ ਕੋਰਟ ਦਾ ਰੁਖ ਕਰ ਲਿਆ ਹੈ। ਡਰੱਗ ਕੇਸ ਰੱਦ ਕਰਵਾਉਣ ਲਈ ਬਿਕਰਮ ਮਜੀਠੀਆ ਸੁਪਰੀਮ ਕੋਰਟ ਪਹੁੰਚੇ ਹਨ। ਮਜੀਠੀਆ ਇਸ ਸਮੇਂ ਪਟਿਆਲਾ ਜੇਲ੍ਹ 'ਚ ਬੰਦ ਹਨ ਅਤੇ ਉਹਨਾਂ ਆਪਣੇ ਤੇ ਦਰਜ ਕੇਸ ਨੂੰ ਰੱਦ ਕਰਵਾਉਣ ਲਈ ਪਟੀਸ਼ਨ ਦਾਖਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਆਪਣੇ ਤੇ ਦਰਜ ਕੇਸ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਪਹੁੰਚ ਗਏ ਹਨ। ਇਹ ਕੇਸ ਅਕਾਲੀ ਦਲ ਆਗੂ ਖਿਲਾਫ ਪੰਜਾਬ ਪੁਲਿਸ ਨੇ NDPS ਤਹਿਤ ਦਰਜ ਕੀਤੇ ਹਨ। ਮਜੀਠੀਆ ਨੂੰ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਹੀ 23 ਫਰਵਰੀ ਤੱਕ ਗ੍ਰਿਫਤਾਰੀ ਤੋਂ ਰਾਹਤ ਦਿੱਤੀ ਸੀ। ਇਹ ਛੋਟ ਵਿਧਾਨ ਸਭਾ ਚੋਣਾਂ ਕਰਨ ਦਿੱਤੀ ਗਈ ਸੀ। ਉਹਨਾਂ ਮਗਰੋਂ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਇਸ ਵੇਲੇ ਮਜੀਠੀਆ ਪਟਿਆਲਾ ਜੇਲ੍ਹ ਵਿੱਚ ਹਨ। ਉਹਨਾਂ ਦੀ ਜ਼ਮਾਨਤ ਅਰਜ਼ੀ ਵਿਸ਼ੇਸ਼ ਅਦਾਲਤ ਨੇ ਖਾਰਜ ਕਰ ਦਿੱਤੀ ਸੀ। ਸਾਬਕਾ ਮੰਤਰੀ ਨੇ ਆਪਣੇ ਤੇ ਦਰਜ ਕੇਸਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ ਤੇ ਦਲੀਲ ਦਿੱਤੀ ਹੈ ਕਿ ਇਹਨਾਂ ਕੇਸਾਂ ਦੀ ਜਾਂਚ ਪਹਿਲਾਂ ਹੀ ਉੱਚ ਪੁਲਿਸ ਅਧਿਕਾਰੀ ਕਰ ਚੁੱਕੇ ਹਨ। ਟੋਕੀਓ ਓਲੰਪਿਕ ਗੋਲਡ ਮੈਡਲਿਸਟ ਨੀਰਜ ਚੋਪੜਾ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਪਦਮ ਸ਼੍ਰੀ ਅਵਾਰਡ ਪ੍ਰਾਪਤ ਕੀਤਾ। ਉੱਥੇ ਹੀ ਪੈਰਾਲੰਪਿਕ ਸੋਨ ਤਗਮਾ ਜੇਤੂ ਜੈਵਲਿਨ ਥਰੋਅਰ ਸੁਮਿਤ ਅੰਤਿਲ ਨੂੰ ਵੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਦਮ ਸ਼੍ਰੀ ਪੁਰਸਕਾਰ ਦਿੱਤਾ। ਯੂਪੀ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਕਲਿਆਣ ਸਿੰਘ ਸਣੇ ਵੱਖ-ਵੱਖ ਖੇਤਰਾਂ ਦੀਆਂ 65 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਕਲਿਆਣ ਸਿੰਘ ਤੇ ਸ਼ਾਸਤਰੀ ਗਾਇਕਾ ਪ੍ਰਭਾ ਅਤਰੇ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। ਕਲਿਆਣ ਸਿੰਘ ਦੇ ਪੁੱਤਰ ਸੰਸਦ ਮੈਂਬਰ ਰਾਜਵੀਰ ਸਿੰਘ ਨੇ ਇਹ ਸਨਮਾਨ ਹਾਸਲ ਕੀਤਾ। ਇਸ ਤੋਂ ਇਲਾਵਾ ਅਦਾਕਾਰ ਵਿਕਟਰ ਬੈਨਰਜੀ, ਕੋਵੈਕਸਿਨ ਬਣਾਉਣ ਵਾਲੇ ਭਾਰਤ ਬਾਇਓਟੈਕ ਦੇ ਕ੍ਰਿਸ਼ਨਾ ਮੂਰਤੀ ਐਲੇ ਅਤੇ ਸੁਚਿਤਰਾ ਕ੍ਰਿਸ਼ਨਾ ਐਲੇ ਨੂੰ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ। ਮਾਈਕਰੋਸਾਫਟ ਦੇ CEO ਸਤਿਆ ਨਡੇਲਾ ਅਤੇ ਗੂਗਲ ਦੇ CEO ਸੁੰਦਰ ਪਿਚਈ ਨੂੰ ਵੀ ਪਦਮ ਭੂਸ਼ਣ ਨਾਲ ਸਨਮਾਨਿਆ ਗਿਆ। ਓਲੰਪਿਕ ਸੋਨ ਤਗਮਾ ਜੇਤੂ ਐਥਲੀਟ ਨੀਰਜ ਚੋਪੜਾ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਸਾਲ ਭਾਰਤ ਰਤਨ ਲਈ ਕਿਸੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ। ਪੁਰਸਕਾਰ ਸਮਾਰੋਹ ਵਿੱਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਵੀ ਹਾਜ਼ਰ ਸਨ। ਬਰਤਾਨੀਆ ਦੀ ਵਿਦੇਸ਼ ਸਕੱਤਰ ਐਲਿਜ਼ਾਬੇਥ ਟਰੱਸਟ ਯੂਕਰੇਨ ਵਿੱਚ ਚੱਲ ਰਹੀ ਜੰਗ ਸੰਬੰਧੀ 31 ਮਾਰਚ ਨੂੰ ਭਾਰਤ ਦਾ ਦੌਰਾ ਕਰੇਗੀ। ਇਸ ਦੌਰੇ ਦਾ ਐਲਾਨ ਕਰਦਿਆਂ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਟਰੱਸਟ ਆਪਣੇ ਭਾਰਤੀ ਹਮਰੁਤਬਾ S ਜੈਸ਼ੰਕਰ ਨਾਲ ਆਪਸੀ ਹਿੱਤਾਂ ਤੇ ਦਵੱਲੇ ਖੇਤਰੀ ਅਤੇ ਵਿਸ਼ਵ ਮੁੱਦਿਆਂ ਤੇ ਸਲਾਹ ਮਸ਼ਵਰਾ ਵੀ ਕਰੇਗੀ। ਬਰਤਾਨੀਆ ਦੀ ਵਿਦੇਸ਼ ਸਕੱਤਰ ਐਲਿਜ਼ਾਬੇਥ ਟਰੱਸ ਯੂਕਰੇਨ ਵਿੱਚ ਚੱਲ ਰਹੀ ਜੰਗ ਸੰਬੰਧੀ 31 ਮਾਰਚ ਨੂੰ ਭਾਰਤ ਦਾ ਦੌਰਾ ਕਰਨਗੇ। ਇਸ ਦੌਰੇ ਦਾ ਐਲਾਨ ਕਰਦਿਆਂ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਟਰੱਸ ਆਪਣੇ ਭਾਰਤੀ ਹਮਰੁਤਬਾ S ਜੈਸ਼ੰਕਰ ਨਾਲ ਆਪਸੀ ਹਿੱਤਾਂ ਦੇ ਦੁਵੱਲੇ ਖੇਤਰੀ ਅਤੇ ਵਿਸ਼ਵ ਮੁੱਦਿਆਂ ਤੇ ਸਲਾਹ ਮਸ਼ਵਰਾ ਕਰਨਗੇ। ਪਿਛਲੇ ਕੁਝ ਹਫ਼ਤਿਆਂ ਦੌਰਾਨ ਕਈ ਪੱਛਮੀ ਦੇਸ਼ਾਂ ਦੇ ਨੇਤਾਵਾਂ ਨੇ ਭਾਰਤ ਦਾ ਦੌਰਾ ਕੀਤਾ ਹੈ, ਜਿਨ੍ਹਾਂ ਵਿੱਚ ਆਸਟ੍ਰੇਲੀਆ ਅਤੇ ਗ੍ਰੀਸ ਦੇ ਵਿਦੇਸ਼ ਮੰਤਰੀ ਸ਼ਾਮਲ ਹਨ। ਜੈਸ਼ੰਕਰ ਨਾਲ ਟਰੱਸ ਦੀ ਗੱਲਬਾਤ ਦੌਰਾਨ ਯੂਕਰੇਨ ਦੇ ਉੱਭਰ ਰਹੀ ਸਥਿਤੀ ਤੇ ਵਿਆਪਕ ਚਰਚਾ ਹੋਣ ਦੀ ਸੰਭਾਵਨਾ ਹੈ। ਇਹ ਸਨ ਅੱਜ ਦੀਆਂ ਖਬਰਾਂ। ਕੱਲ ਫੇਰ ਹਾਜ਼ਰ ਹੋਵਾਂਗੇ ਕੁਝ ਖਾਸ ਖਬਰਾਂ ਦੇ ਨਾਲ। ਦੇਖਦੇ ਰਹੋ ਬਾਜ਼ TV।